ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕੁਝ ਅਹਿਮ ਖਬਰਾਂ ਦੱਸਾਂਗੇ, ਜਿਨ੍ਹਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਲੜ ਰਹੇ ਕੰਜ਼ਰਵੇਟਿਵ ਲੀਡਰ ਨੇ ਕੀਤਾ ਵਾਅਦਾ। ਕੈਨੇਡਾ ਵਾਸੀਆਂ ਦੇ ਲਈ ਸਰਕਾਰੀ ਨੌਕਰੀ ਤੇ ਹਵਾਈ ਸਫ਼ਰ ਵਾਸਤੇ ਜੋ ਕੋਵਿਡ ਟੀਕੇ ਲਾਜ਼ਮੀ ਕੀਤੇ ਗਏ ਨੇ, ਉਸ ਐਲਾਨ ਨੂੰ ਵਾਪਸ ਲਿਆ ਜਾਵੇਗਾ। ਜਸਟਿਨ ਟਰੂਡੋ ਚੋਣ ਪ੍ਰਚਾਰ ਦੇ ਲਈ ਪਹੁੰਚੇ ਕਿਊਬੈਕ। ਇੱਕ ਕਾਰਖਾਨੇ ਦੇ ਵਿੱਚ ਪਹੁੰਚ ਕੇ ਕੀਤੀ ਕਾਨਫਰੰਸ, ਕਾਮਿਆਂ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਕਈ ਵਾਅਦੇ ਵੀ। ਦੱਸਾਂਗੇ ਕਿਵੇਂ ਚੱਲ ਰਹੀ ਹੈ ਕੈਨੇਡਾ ਭਰ ਵਿੱਚ ਕੁਝ ਹਫ਼ਤੇ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ। ਕੈਨੇਡਾ ਦੇ ਚੋਣ ਵਿਭਾਗ ਨੇ ਆਪਣੇ ਕਾਮਿਆਂ ਦੇ ਲਈ ਕੋਵਿਡ-19 ਟੀਕਿਆਂ ਵਾਸਤੇ ਕੀ ਕੀਤਾ ਐਲਾਨ, ਇਹ ਦੱਸਾਂਗੇ। ਓਨਟਾਰੀਓ ਸਰਕਾਰ ਕੱਲ ਨੂੰ ਕਰਨ ਜਾ ਰਹੀ ਹੈ ਇੱਕ ਹੋਰ ਵੱਡਾ ਐਲਾਨ, ਦੱਸਾਂਗੇ ਕਿਉਂ ਵਿਰੋਧ ਕਰ ਰਹੇ ਨੇ ਕਈ ਸਿਹਤ ਕਾਮੇ। ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਂ ਨੂੰ ਲੱਗੀ ਅੱਗ ਕਾਫੀ ਜ਼ਿਆਦਾ ਫੈਲੀ। ਕੋਕਾ ਹਿਲ ਹਾਈਵੇ ਨੂੰ ਕੀਤਾ ਗਿਆ ਬੰਦ, ਦੱਸਾਂਗੇ BC ਸਰਕਾਰ ਨੇ ਲੋਕਾਂ ਤੋਂ ਕੀ ਸਹਿਯੋਗ ਮੰਗਿਆ। ਇਸ ਦੇ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਵਿੱਚ ਚੋਣਾਂ ਦਾ ਐਲਾਨ ਇੱਕ ਦਿਨ ਪਹਿਲਾਂ ਹੁੰਦੇ ਸਾਰ ਹੀ ਇਸ ਸਮੇਂ ਮਾਹੌਲ ਕਾਫੀ ਭਖਿਆ ਹੋਇਆ ਹੈ, ਕਿਉਂਕਿ ਜੋ ਚੋਣ ਮੁਹਿੰਮ ਹੈ ਉਹ ਸਿਰਫ ਕੁਝ ਹਫ਼ਤੇ ਦੇ ਵਾਸਤੇ ਚੱਲਣੀ ਹੈ, ਤਾਂ ਇਸ ਦੇ ਕਰਕੇ ਜਿਹੜੇ ਵਾਅਦੇ ਨੇ ਉਹ ਵੀ ਹੁਣ ਹੋਣ ਲੱਗੇ ਨੇ। ਤੇ ਇਸੇ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਜੋ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਲੜ ਵੀ ਰਹੇ ਨੇ, ਐਰਨ ਓਟੂਲ, ਉਹਨਾਂ ਦੇ ਵੱਲੋਂ ਨਵਾਂ ਵਾਅਦਾ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੋਵਿਡ-19 ਦੇ ਟੀਕੇ ਲਾਜ਼ਮੀ ਕੀਤੇ ਗਏ, ਉਹਨਾਂ ਦੇ ਵਾਸਤੇ ਜਿਹੜੇ ਕਿ ਕੈਨੇਡਾ ਦੇ ਵਿੱਚ ਸਫ਼ਰ ਕਰਨਗੇ ਜਹਾਜ਼ ਦੇ ਰਾਹੀਂ ਜਾਂ ਫਿਰ ਰੇਲ ਗੱਡੀ ਦੇ ਰਾਹੀਂ ਜਾਂ ਫਿਰ ਕਰੂਜ਼ ਸ਼ਿਪ ਦੇ ਉੱਤੇ ਰਹਿਣਗੇ, ਤੇ ਨਾਲ ਹੀ ਜਿਹੜੇ ਸਰਕਾਰੀ ਕਾਮੇ ਨੇ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਨੇ, ਤਾਂ ਉਸ ਐਲਾਨ ਨੂੰ ਵਾਪਸ ਲਿਆ ਜਾਵੇਗਾ ਕੰਜ਼ਰਵੇਟਿਵ ਪਾਰਟੀ ਜੇਕਰ ਸੱਤਾ ਦੇ ਵਿੱਚ ਆਉਂਦੀ ਹੈ। ਕੁਝ ਅਜਿਹਾ ਵਾਅਦਾ ਐਰਨ ਓਟੂਲ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਜਸਟਿਨ ਟਰੂਡੋ ਨੇ ਜਿਹੜੇ ਐਲਾਨ ਕੀਤੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਿਖੇਧੀ ਵੀ ਕੀਤੀ ਗਈ। In this election, Canadians have two choices. More of the same, with millions of Canadians getting left behind, or a real plan for recovery. ਤਾਂ ਉਧਰ ਜਸਟਿਨ ਟਰੂਡੋ ਵੀ ਚੋਣ ਮੁਹਿੰਮ ਦੇ ਵਿੱਚ ਜੁਟੇ ਹੋਏ ਨੇ, ਜੋ ਕਿ ਅੱਜ ਕਿਊਬੈਕ ਦੇ ਵਿੱਚ ਪਹੁੰਚੇ ਹੋਏ ਸਨ, ਜਿੱਥੇ ਕਿ ਇੱਕ ਵਪਾਰ ਦੇ ਉੱਤੇ ਵੀ ਉਹ ਪਹੁੰਚੇ। ਕਾਮਿਆਂ ਦੇ ਨਾਲ ਉਹਨਾਂ ਨੇ ਵਾਅਦੇ ਵੀ ਕੀਤੇ ਤੇ ਨਾਲ ਹੀ ਇਸ ਮੌਕੇ ਕੈਨੇਡਾ ਵਾਸੀਆਂ ਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਵਪਾਰੀਆਂ ਦੇ ਵਾਸਤੇ ਜਦੋਂ ਕੈਨੇਡਾ ਸਰਕਾਰ ਦੇ ਵੱਲੋਂ ਫੈਸਲੇ ਲਏ ਗਏ ਕੋਵਿਡ-19 ਦੇ ਦੌਰਾਨ ਵਿੱਤੀ ਪੱਧਰ ਦੇ ਉੱਤੇ ਉਹਨਾਂ ਦੀ ਮਦਦ ਕੀਤੀ ਗਈ, ਕੈਨੇਡਾ ਵਾਸੀਆਂ ਦੀ ਮਦਦ ਕੀਤੀ ਗਈ। ਵੇਜ ਸਬਸਿਡੀ ਪ੍ਰੋਗਰਾਮ, ਰੈਂਟ ਸਬਸਿਡੀ ਪ੍ਰੋਗਰਾਮ, CERB, ਇਹਨਾਂ ਸਾਰਿਆਂ ਦਾ ਜ਼ਿਕਰ ਜਸਟਿਨ ਟਰੂਡੋ ਦੇ ਵੱਲੋਂ ਇਸ ਸਮੇਂ ਬਾਰ-ਬਾਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਮਦਦ ਕੀਤੀ ਗਈ ਹੈ, ਤਾਂ ਕੁਝ ਇਸੇ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਵਾਅਦੇ ਵੀ ਕੀਤੇ ਗਏ ਕਿ ਅੱਗੇ ਵੀ ਮਦਦ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਉਹਨਾਂ ਨੇ ਸਵਾਲ ਵੀ ਪੁੱਛੇ ਉਹਨਾਂ ਪਾਰਟੀਆਂ ਨੂੰ ਜਿਨ੍ਹਾਂ ਦੇ ਵੱਲੋਂ ਜਿਹੜੇ ਇਹਨਾਂ ਨੇ ਬਿੱਲ ਲਿਆਂਦੇ ਸੀ ਉਹਨਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਸਵਾਲ ਵੀ ਪੁੱਛੇ। ਇਸ ਮੌਕੇ ਜਸਟਿਨ ਟਰੂਡੋ ਦੇ ਵੱਲੋਂ ਜਿਵੇਂ ਕਿ ਹੁਣ ਹੋਰ ਜ਼ਿਆਦਾ ਵਾਅਦੇ ਕੀਤੇ ਜਾ ਰਹੇ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਤੰਬਰ 20 ਨੂੰ ਜੇਕਰ ਉਹ ਮੁੜ ਤੋਂ ਜਿਹੜੇ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਵਾਅਦੇ ਉਹਨਾਂ ਨੇ ਹੋਰ ਜ਼ਿਆਦਾ ਕੀਤੇ ਸਨ ਤੇ ਇਸ ਕਰਕੇ ਪੂਰੇ ਨਹੀਂ ਸੀ ਕਰ ਪਾਏ, ਕਿਉਂਕਿ ਘੱਟ ਗਿਣਤੀ ਸਰਕਾਰ ਬਣੀ ਸੀ ਤੇ ਉਹਨਾਂ ਨੂੰ ਬਹੁਮਤ ਨਹੀਂ ਸੀ ਮਿਲ ਰਹੀ ਉਹਨਾਂ ਬਿੱਲਾਂ ਨੂੰ ਪਾਸ ਕਰਨ ਦੇ ਵਾਸਤੇ, ਉਹ ਵੀ ਪਾਸ ਕੀਤੇ ਜਾਣਗੇ। ਦੂਜੇ ਪਾਸੇ ਜਗਮੀਤ ਸਿੰਘ ਦੇ ਵੱਲੋਂ ਵੀ ਚੋਣ ਮੁਹਿੰਮ ਦੇ ਵਿੱਚ ਕਾਫੀ ਤੇਜ਼ੀ ਲਿਆਂਦੀ ਗਈ ਹੈ। ਜਗਮੀਤ ਸਿੰਘ ਟੋਰਾਂਟੋ ਦੇ ਵਿੱਚ ਸਨ, ਜਿਨ੍ਹਾਂ ਨੇ ਉੱਥੇ ਚੋਣ ਪ੍ਰਚਾਰ ਕੀਤਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੱਲ ਨੂੰ ਉਹ ਆ ਜਾਣਗੇ ਤੇ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਵਾਅਦੇ ਕੀਤੇ ਜਾ ਰਹੇ ਨੇ ਨੌਕਰੀਆਂ ਨੂੰ ਲੈ ਕੇ, ਤਾਜ਼ਾ ਵਾਅਦਾ ਉਹਨਾਂ ਦੇ ਵੱਲੋਂ ਕੀਤਾ ਜਾਣਾ, ਉਹ ਕੀ ਹੋਵੇਗਾ ਕੱਲ ਨੂੰ ਪਤਾ ਲੱਗੇਗਾ। ਤੇ ਇਸ ਦੇ ਨਾਲ ਹੀ ਗ੍ਰੀਨ ਪਾਰਟੀ ਦੇ ਵੱਲੋਂ ਵੀ ਚੋਣ ਪ੍ਰਚਾਰ ਕੁਝ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ ਤੇ ਵੱਖੋ ਵੱਖਰੀਆਂ ਪਾਰਟੀਆਂ ਦੇ ਵੱਲੋਂ ਜੋ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਵਾਅਦੇ ਕੀਤੇ ਜਾ ਰਹੇ ਨੇ। ਤਾਂ ਨਾਲ ਹੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਲਿਬਰਲਸ ਤੋਂ, ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਹੀ ਸਮਾਂ ਨਹੀਂ ਸੀ ਚੋਣਾਂ ਕਰਵਾਉਣ ਦਾ। ਤਾਂ ਉਧਰ ਚੋਣ ਵਿਭਾਗ ਨੇ ਐਲਾਨ ਕੀਤਾ ਹੈ, ਜਿਨ੍ਹਾਂ ਨੇ ਕਿਹਾ ਕਿ ਜਦੋਂ ਵੋਟਾਂ ਕਰਵਾਈਆਂ ਜਾਣਗੀਆਂ ਤਾਂ ਉਸ ਮੌਕੇ ਜਿਹੜੇ ਕਾਮੇ ਹੋਣਗੇ ਉਹਨਾਂ ਦੇ ਵਾਸਤੇ ਲਾਜ਼ਮੀ ਨਹੀਂ ਕੀਤਾ ਜਾਵੇਗਾ ਕਿ ਉਹ ਕੋਵਿਡ-19 ਦੇ ਟੀਕੇ ਲਗਵਾਉਣ। ਇਲੈਕਸ਼ਨ ਕੈਨੇਡਾ ਨੇ ਕਿਹਾ ਹੈ ਕਿ ਫੈਡਰਲ ਚੋਣਾਂ ਜੋ ਹੋਣੀਆਂ ਨੇ ਕੋਵਿਡ-19 ਦੇ ਦੌਰਾਨ, ਇਸ ਮੌਕੇ ਜਿਹੜੇ ਕਾਮਿਆਂ ਦੇ ਵੱਲੋਂ VOTING ਦੇ ਦੌਰਾਨ ਕੰਮ ਕੀਤਾ ਜਾਵੇਗਾ ਉਹਨਾਂ ਦੇ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਨਹੀਂ ਨੇ। ਇਸ ਦੇ ਬਾਰੇ ਚੋਣ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਉੱਥੇ ਕੰਮ ਕਰਨ ਵਾਲੇ ਕਾਮਿਆਂ ਨੂੰ ਇਹ ਜ਼ਰੂਰ ਬੇਨਤੀ ਕਰਨਗੇ ਕਿ ਕੋਵਿਡ-19 ਦੇ ਟੀਕੇ ਲਗਵਾਏ ਜਾਣ, ਪਰ ਇਹ ਨਹੀਂ ਹੋਵੇਗਾ ਕਿ ਜੇਕਰ ਕਿਸੇ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਹੋਏ ਤਾਂ ਉਹਨਾਂ ਨੂੰ ਉੱਥੇ ਕੰਮ ਨਹੀਂ ਕਰਨ ਦਿੱਤਾ ਜਾਵੇਗਾ, ਯਾਨੀ ਕਿ ਉਹਨਾਂ ਦੇ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਨਹੀਂ ਹੋਣਗੇ। ਇੱਥੇ ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਜਿਹੜੇ ਕਿ ਸਰਕਾਰੀ ਕਾਮੇ ਨੇ ਉਹਨਾਂ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਕੀਤੇ ਜਾਣ ਦਾ ਐਲਾਨ ਕੀਤਾ ਹੈ,
ਪਰ ਇਸ ਮੌਕੇ ਇਹ ਵੀ ਕਿਹਾ ਗਿਆ ਕਿ ਅਕਤੂਬਰ ਤੋਂ ਪਹਿਲਾਂ ਕੋਵਿਡ-19 ਦੇ ਟੀਕੇ ਲਗਵਾਏ ਹੋਏ ਹੋਣੇ ਚਾਹੀਦੇ ਨੇ। ਪਰ ਦੂਜੇ ਪਾਸੇ ਜਿਹੜੀਆਂ ਇਹ ਚੋਣਾਂ ਹੋਣੀਆਂ ਨੇ ਉਹ ਸਤੰਬਰ ਦੇ ਵਿੱਚ ਹੋਣੀਆਂ ਨੇ। 20 ਸਤੰਬਰ ਨੂੰ VOTING ਹੋ ਰਹੀ ਹੈ, ਜਿਸ ਦੇ ਵਾਸਤੇ ਇਲੈਕਸ਼ਨ ਕੈਨੇਡਾ ਨੇ ਕਿਹਾ ਹੈ ਕਿ ਬੇਸ਼ੱਕ ਕੋਵਿਡ-19 ਦੇ ਟੀਕੇ ਲਾਜ਼ਮੀ ਨਹੀਂ ਨੇ ਕਾਮਿਆਂ ਦੇ ਵਾਸਤੇ, ਪਰ ਸੁਰੱਖਿਆ ਨੂੰ ਲੈ ਕੇ ਜਿੰਨੇ ਵੀ ਕਦਮ ਚੁੱਕੇ ਜਾਣੇ ਨੇ ਉਹ ਉਸੇ ਤਰ੍ਹਾਂ ਹੋਣਗੇ, ਜਿਵੇਂ ਕਿ ਮਾਸਕ ਪਾਉਣੇ, ਇੱਕ ਦੂਜੇ ਤੋਂ ਵਿੱਥ ਬਣਾ ਕੇ ਰੱਖਣੀ, ਤੇ ਇਸ ਦੇ ਨਾਲ ਹੀ ਵੋਟਾਂ ਦੇ ਦੌਰਾਨ ਜਿਹੜੇ ਵੋਟਰ ਵੋਟਾਂ ਪਾਉਣ ਆਉਣਗੇ ਉਹਨਾਂ ਦੀ ਵੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਕੁਝ ਉਸੇ ਤਰ੍ਹਾਂ ਦੂਰੀ ਬਣਾ ਕੇ ਰੱਖਣ ਦੇ ਵਿੱਚ ਧਿਆਨ ਦਿੱਤਾ ਜਾਵੇਗਾ। ਓਨਟਾਰੀਓ ਸਰਕਾਰ ਕੱਲ ਨੂੰ ਇੱਕ ਵੱਡਾ ਐਲਾਨ ਕਰਨ ਜਾ ਰਹੀ ਹੈ, ਜਿਸ ਵਿੱਚ ਹੋ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਜਾਵੇ ਕਿ ਜਿੰਨੇ ਵੀ ਸਿਹਤ ਕਾਮੇ ਨੇ ਸੂਬੇ ਵਿੱਚ ਉਹਨਾਂ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਕਰ ਦਿੱਤੇ ਜਾਣ। ਪਰ ਇਸ ਦੇ ਉੱਤੇ ਕਈ ਸਿਹਤ ਕਾਮਿਆਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਓਨਟਾਰੀਓ ਸਰਕਾਰ ਮੰਗਲਵਾਰ ਨੂੰ ਐਲਾਨ ਕਰ ਸਕਦੀ ਹੈ ਕਿ ਸਿਹਤ ਕਾਮਿਆਂ ਦੇ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਦੇ ਜਿੰਨੇ ਵੀ ਸਰਕਾਰੀ ਕਾਮੇ ਨੇ ਉਹਨਾਂ ਦੇ ਵਾਸਤੇ ਕੋਵਿਡ-19 ਦੇ ਟੀਕੇ ਲਾਜ਼ਮੀ ਕੀਤੇ ਗਏ ਨੇ। ਪਰ ਉਧਰ ਜਿਵੇਂ ਕਿ ਹੁਣ ਓਨਟਾਰੀਓ ਦੇ ਵਿੱਚ ਇਹ ਐਲਾਨ ਜਲਦ ਹੋਣ ਜਾ ਰਿਹਾ ਹੈ, ਤਾਂ ਉਸ ਤੋਂ ਪਹਿਲਾਂ ਸਿਹਤ ਕਾਮੇ ਇਸ ਦੇ ਉੱਤੇ ਦੋ ਫਾੜ ਨਜ਼ਰ ਆ ਰਹੇ ਨੇ। ਇੱਕ ਪਾਸੇ ਸਿਹਤ ਕਾਮਿਆਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਟੀਕੇ ਉਹਨਾਂ ਨੇ ਲਗਵਾ ਲਏ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਹੀ ਹੈ ਆਪਣੇ ਆਪ ਨੂੰ ਤੇ ਆਪਣਿਆਂ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ। ਤਾਂ ਦੂਜੇ ਪਾਸੇ ਪ੍ਰਦਰਸ਼ਨ ਤੇ ਵਿਰੋਧ ਵੀ ਸ਼ੁਰੂ ਹੋ ਗਿਆ ਹੈ, ਜਿਸ ਦੇ ਵਿੱਚ ਸਿਹਤ ਕਾਮਿਆਂ ਦਾ ਕਹਿਣਾ ਹੈ ਕਿ ਜੇਕਰ ਟੀਕੇ ਲਾਜ਼ਮੀ ਕਰ ਦਿੱਤੇ ਜਾਂਦੇ ਨੇ ਤਾਂ ਕੈਨੇਡਾ ਅਜਿਹਾ ਦੇਸ਼ ਬਣ ਜਾਵੇਗਾ ਜਿੱਥੇ ਲੋਕਾਂ ਦੀ ਨਹੀਂ ਸੁਣੀ ਜਾਂਦੀ, ਜਿੱਥੇ ਕਿ ਲੋਕਾਂ ਦੀ ਆਪਣੀ ਮਰਜ਼ੀ ਹੋਵੇ ਕਿ ਉਹ ਆਪਣੇ ਸਰੀਰ ਦੇ ਨਾਲ ਕੀ ਕਰਨਾ ਚਾਹੁੰਦੇ ਨੇ, ਕਿ ਉਹ ਟੀਕੇ ਲਗਵਾਉਣਾ ਚਾਹੁੰਦੇ ਨੇ ਜਾਂ ਨਹੀਂ। ਇਸ ਦੇ ਉੱਤੇ ਉਹ ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਸਕਣ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਗਾਂ ਦੇ ਕਰਕੇ ਕਹਿਰ ਕਾਫੀ ਜ਼ਿਆਦਾ ਵਧਿਆ ਹੋਇਆ ਹੈ। ਵੱਡੀ ਗਿਣਤੀ ਲੋਕਾਂ ਤੋਂ ਘਰ ਖਾਲੀ ਕਰਵਾਏ ਜਾ ਰਹੇ ਨੇ। ਹੋਪ ਤੋਂ ਮੇਰਠ ਤੱਕ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਬਾਰੇ ਸਵੇਰੇ ਹੀ ਅੱਜ ਐਲਾਨ ਕੀਤਾ ਗਿਆ। ਅੱਗ ਕਾਫੀ ਜ਼ਿਆਦਾ ਫੈਲ ਗਈ ਹਾਈਵੇ ਦੇ ਉੱਤੇ, ਲੋਕ ਨਾ ਜਾਣ ਇਸ ਦੇ ਵਾਸਤੇ ਟ੍ਰੈਫਿਕ ਨੂੰ ਰੋਕਣ ਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਦੂਜੇ ਪਾਸੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿੱਥੇ ਵੀ ਅੱਗ ਲੱਗੀ ਹੋਈ ਹੈ ਤਾਂ ਉੱਥੇ ਹਾਈਵੇ ਦੇ ਨੇੜੇ ਵੀ ਨਾ ਜਾਇਆ ਜਾਵੇ, ਖਤਰਨਾਕ ਸਾਬਤ ਹੋ ਸਕਦਾ ਹੈ। ਕੋਕਾ ਹਿਲ ਹਾਈਵੇ ਜੋ ਬੰਦ ਕੀਤਾ ਗਿਆ ਉਸ ਦੇ ਕਰਕੇ ਟ੍ਰੈਫਿਕ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਹੋਈ ਹੈ, ਪਰ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਬੰਦ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਪਬਲਿਕ ਸੇਫਟੀ ਮਿਨਿਸਟਰ ਮਾਈਕ ਫਾਰਮਰ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਇਸ ਦੇ ਵਿੱਚ ਸਹਿਯੋਗ ਦੇਣ ਦੀ ਲੋੜ ਹੈ ਕਿ ਜਿੱਥੇ ਵੀ ਕਿਤੇ ਅੱਗ ਦੇ ਕਰਕੇ ਤੁਰੰਤ ਘਰਾਂ ਨੂੰ ਖਾਲੀ ਕਰਨ ਦੇ ਵਾਸਤੇ ਕਿਹਾ ਜਾਂਦਾ ਹੈ ਤਾਂ ਉਸ ਮੌਕੇ ਨਾ ਨੁੱਕਰ ਨਾ ਕੀਤੀ ਜਾਵੇ, ਬਹਿਸ ਨਾ ਕੀਤੀ ਜਾਵੇ, ਤੁਰੰਤ ਘਰ ਖਾਲੀ ਕਰ ਦਿੱਤੇ ਜਾਣ, ਕਿਉਂਕਿ ਜਿਨ੍ਹਾਂ ਦੇ ਵੱਲੋਂ ਘਰ ਖਾਲੀ ਨਹੀਂ ਕੀਤੇ ਜਾਂਦੇ ਉਸ ਮੌਕੇ ਜਿਹੜੇ ਫਾਇਰ ਫਾਈਟਰ ਕੰਮ ਕਰ ਰਹੇ ਨੇ ਉਹਨਾਂ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ, ਕਿਉਂਕਿ ਉਹ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢਣ ਦਾ ਉਸ ਸਮੇਂ ਕੰਮ ਕਰਦੇ ਨੇ ਜਦੋਂ ਅੱਗ ਜ਼ਿਆਦਾ ਫੈਲ ਜਾਂਦੀ ਹੈ। ਉਦੋਂ ਤੱਕ ਜਿਹੜੇ ਲੋਕ ਬਾਹਰ ਘਰਾਂ ਦੇ ਵਿੱਚੋਂ ਨਹੀਂ ਨਿਕਲਦੇ। ਅਗਲੀ ਖਬਰ ਹੈ ਕਿ ਐਬਸਫੋਰਡ ਦੇ ਵਿੱਚ ਕਲੀਅਰਬਰੂਕ ਪਾਰਕ ਦੇ ਅੰਦਰ ਇੱਕ ਮ੍ਰਿਤਕ ਦੇਹ ਮਿਲੀ ਸੀ ਤੇ ਉਸ ਮਾਮਲੇ ਵਿੱਚ ਆਈਹਿੱਟ ਨੇ ਤਾਜ਼ਾ ਅਪਡੇਟ ਦਿੱਤੀ। ਉਹ ਕੀ ਹੈ ਤੁਹਾਨੂੰ ਦੱਸਾਂਗੇ। ਐਬਸਫੋਰਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਜੁਲਾਈ 5 ਦੇ ਦਿਨ ਸਵੇਰੇ 5:09 ਦੇ ਕਰੀਬ ਕਲੀਅਰਬਰੂਕ ਪਾਰਕ ਦੇ ਵਿੱਚ ਬੁਲਾਇਆ ਗਿਆ ਸੀ, ਜਿੱਥੇ ਕਿ ਉਹਨਾਂ ਨੂੰ ਇੱਕ ਮ੍ਰਿਤਕ ਦੇਹ ਮਿਲੀ ਸੀ ਜੋ ਕਿ ਕਲਿੰਟਨ ਐਵੇਨਿਊ ਤੇ ਸਪਾਰਵੁੱਡ ਸਟਰੀਟ ਦੇ ਨੇੜੇ ਐਬਸਫੋਰਡ ਦੇ ਵਿੱਚ ਉਹਨਾਂ ਨੂੰ ਉਹ ਦੇਹ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਪਾਇਆ ਕਿ ਉੱਥੇ 44 ਸਾਲਾ ਕ੍ਰਿਸਟੋਫਰ ਹੁੱਡ ਦੇ ਵਜੋਂ ਪਛਾਣ ਕੀਤੀ ਗਈ ਉਸ ਵਿਅਕਤੀ ਦੀ ਜਿਸ ਦੀ ਮੌਤ ਹੋਈ ਤੇ ਉਸ ਦਾ ਕਤਲ ਹੋਇਆ ਸੀ, ਜਿਸ ਤੋਂ ਬਾਅਦ ਮਾਮਲਾ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਦੇ ਵਾਸਤੇ ਆਪਣੇ ਅਧੀਨ ਲੈ ਲਿਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਜਾਂਚ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਜੋ ਸਬੂਤ ਮਿਲੇ ਉਸ ਤੋਂ ਬਾਅਦ ਅਗਸਤ 13 ਦੇ ਦਿਨ 21 ਸਾਲਾ ਕੇਵਿਨ ਵੈਸਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਕ੍ਰਿਸਟੋਫਰ ਹੁੱਡ ਦੇ ਕਤਲ ਦੇ ਮਾਮਲੇ ਵਿੱਚ। ਤੇ ਇਸ ਦੇ ਨਾਲ ਹੀ ਅਗਸਤ 14 ਦੇ ਦਿਨ ਕੇਵਿਨ ਵੈਸਲੀ ਦੇ ਉੱਤੇ ਫਰਸਟ ਡਿਗਰੀ ਦੇ ਮਰਡਰ ਨਾਲ ਸੰਬੰਧਿਤ ਮਾਮਲੇ ਵੀ ਦਰਜ ਕਰ ਦਿੱਤੇ ਗਏ। ਕੇਵਿਨ ਦੀ ਤਸਵੀਰ ਵੀ ਪੁਲਿਸ ਨੇ ਸਾਂਝੀ ਕੀਤੀ ਹੈ, ਜਿਸ ਦੇ ਬਾਰੇ ਐਬਸਫੋਰਡ ਪੁਲਿਸ ਨੇ ਕਿਹਾ ਕਿ ਆਈਹਿੱਟ ਤੇ ਇਸ ਦੇ ਨਾਲ ਹੀ ਚਲਾਵਾ CRCMP ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਕੰਮ ਕੀਤਾ ਗਿਆ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਹਜੇ ਖਤਮ ਨਹੀਂ ਹੋਈ। ਇਸ ਦੇ ਬਾਰੇ ਹੋਰ ਹਜੇ ਉਹ ਜਾਣਕਾਰੀ ਦੀ ਭਾਲ ਕਰ ਰਹੇ ਨੇ ਤੇ ਹੋਰ ਜ਼ਿਆਦਾ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਦੇ ਬਾਰੇ ਜੇਕਰ ਕਿਸੇ ਹੋਰ ਨੂੰ ਜਾਣਕਾਰੀ ਹੋਵੇ ਤਾਂ ਆਈਹਿੱਟ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਐਬਸਫੋਰਡ ਪੁਲਿਸ ਦੇ ਨਾਲ ਵੀ। ਤਾਂ ਉਧਰ ਅਫਗਾਨਿਸਤਾਨ ਵਿੱਚ ਜੋ ਇਸ ਸਮੇਂ ਹਾਲਾਤ ਨੇ, ਤਾਲਿਬਾਨ ਨੇ ਕਾਫੀ ਅਜਿਹੀਆਂ ਥਾਵਾਂ ਦੇ ਉੱਤੇ ਕਬਜ਼ਾ ਕਰ ਲਿਆ, ਖਾਸ ਤੌਰ ਦੇ ਉੱਤੇ ਰਾਸ਼ਟਰਪਤੀ ਭਵਨ ਦੇ ਉੱਤੇ ਵੀ ਕਬਜ਼ਾ ਕਰ ਲਿਆ ਹੈ, ਜਿਹੜੇ ਕਿ ਮੁੱਖ ਸ਼ਹਿਰ ਨੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਦੇ ਉੱਤੇ ਉਹ ਕਾਬਜ਼ ਹੋ ਗਏ ਨੇ। ਤਾਂ ਉਸ ਤੋਂ ਬਾਅਦ ਜਿਹੜੇ ਅਫਗਾਨ ਨੇ ਉਹ ਉੱਥੇ ਤੋਂ ਨਿਕਲਣ ਦੇ ਵਾਸਤੇ ਕਾਫੀ ਜ਼ਿਆਦਾ ਕੋਸ਼ਿਸ਼ਾਂ ਕਰ ਰਹੇ ਨੇ, ਮਦਦ ਲਈ ਗੁਹਾਰ ਵੀ ਲਗਾ ਰਹੇ ਨੇ।
ਤੇ ਜਿਹੜੇ ਉਹ ਲਗਾਤਾਰ ਉਹਨਾਂ ਦੇਸ਼ਾਂ ਦੇ ਨਾਲ ਗੱਲਬਾਤ ਵੀ ਜਾਰੀ ਰੱਖ ਰਹੇ ਨੇ ਜਿਨ੍ਹਾਂ ਦੇ ਨਾਲ ਗੱਠਜੋੜ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਨ੍ਹਾਂ ਨੇ ਇਕੱਠੀਆਂ ਆਪਣੀਆਂ ਫੌਜਾਂ ਵੀ ਭੇਜੀਆਂ ਹੋਈਆਂ ਸਨ ਜਿਵੇਂ ਕਿ ਇੰਗਲੈਂਡ ਤੇ ਅਮਰੀਕਾ। ਤਾਂ ਉਧਰ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਅੱਜ ਐਲਾਨ ਕੀਤਾ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ 6000 ਫੌਜੀ ਨੇ ਉਹ ਇਸ ਦੇ ਵਾਸਤੇ ਲਗਾਏ ਜਾਣਗੇ ਕਿ ਅਫਗਾਨਿਸਤਾਨ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਜਿਹੜੇ ਅਮਰੀਕੀ ਨਾਗਰਿਕ ਨੇ ਉਹਨਾਂ ਨੂੰ ਪਹਿਲਾਂ ਕੱਢਿਆ ਜਾਵੇ ਤੇ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਸੀ ਤੇ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨੀ ਮੌਜੂਦ ਨੇ ਉਹਨਾਂ ਨੂੰ ਵੀ ਕੱਢਿਆ ਜਾਵੇ। ਇਸ ਦੇ ਉੱਤੇ ਕੰਮ ਕੀਤਾ ਜਾਵੇਗਾ ਜੋ ਕਿ ਅਮਰੀਕੀ ਰਾਸ਼ਟਰਪਤੀ ਨੇ ਅੱਜ ਹੀ ਐਲਾਨ ਕੀਤਾ ਹੈ। I was asked to authorize, and I did, 6,000 U.S. troops to deploy to Afghanistan for the purpose of assisting in the departure of U.S. and allied civilian personnel from Afghanistan and to evacuate our Afghan allies and vulnerable Afghans to safety outside of Afghanistan. Our troops are working to secure the airfield and to ensure continued operation of both the civilian and military flights. We're taking over air traffic control. We have safely shut down our embassy and transferred our diplomats. Our diplomatic presence is now consolidated at the airport as well. Over the coming days, we intend to transport out thousands of American citizens who have been living and working in Afghanistan. We'll also continue to support the safe departure of civilian personnel, the civilian personnel of our allies who are still serving in Afghanistan. ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।